सत श्री अकाल बच्चों। ਅਸੀਂ ਪਿਛਲੇ ਲੈਕਚਰ ਦੇ ਵਿੱਚ ਡਿਫਰੈਂਸ਼ੀਅਲ ਇਕੁਏਸ਼ਨ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਬਾਰੇ ਪੜ੍ਹਿਆ ਸੀ। ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਦੋ ਤਰ੍ਹਾਂ ਦੀ ਸੀ। ਇੱਕ ਤਾਂ ਤੁਹਾਨੂੰ ਕਰਾਈ ਸੀ dy/dx plus py = q ਵਾਲੀ ਫਾਰਮ। ਇਹਦੇ ਵਿੱਚ p ਤੇ q ਜਿਹੜੇ ਨੇ ਆਰ ਫੰਕਸ਼ਨਸ ਆਫ x ਸੀਗੇ ਤੇ ਇੱਕ ਫਾਰਮ ਕਰਾਈ ਸੀ ਤੁਹਾਨੂੰ dx/dy ਵਾਲੀ। ਇਹਦੇ ਵਿੱਚ p into x = q ਇਕੁਏਸ਼ਨ ਸੀ। ਇਹ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਦੂਜੀ ਫਾਰਮ ਹੈ। ਇਹਦੇ ਵਿੱਚ p ਤੇ q ਜਿਹੜੇ ਨੇ ਆਰ ਫੰਕਸ਼ਨਸ ਆਫ y ਓਨਲੀ। ਇਹ ਦੋ ਸਟੇਟਮੈਂਟ ਸੀਗੀਆਂ। ਹੁਣ ਦੇਖੋ ਤੁਸੀਂ ਜਿਹੜਾ ਆ ਕੁਐਸਚਨ ਹੈ 10th ਕੁਐਸਚਨ ਕਰਨਾ ਹੈ। 10th ਕੁਐਸਚਨ ਦੇ ਵਿੱਚ ਇਕੁਏਸ਼ਨ ਦਿੱਤੀ ਹੋਈ ਹੈ। ਇਹਨੂੰ ਪਹਿਲਾਂ ਤਾਂ ਤੁਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਜੇ ਅਸੀਂ dy/dx ਦੀ ਫਾਰਮ ਦੇ ਵਿੱਚ ਰੱਖਾਂਗੇ ਤਾਂ ਨੀਚੇ ਚਲਾ ਜਾਏਗਾ 1/x + y। ਪਰ ਅਗਰ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋਗੇ ਲੀਨੀਅਰ ਆਵਲੀ ਇਕੁਏਸ਼ਨ ਨਹੀਂ ਬਣਦੀ, ਇਸ ਫਾਰਮ 'ਚ ਨਹੀਂ ਬਣੇਗੀ। ਆਪਾਂ ਇਹਨੂੰ ਸੈਪਰੇਟ ਨਹੀਂ ਕਰ ਸਕਦੇ x ਤੇ y ਵਾਲੇ ਨੂੰ ਜਦੋਂ ਇਹ ਨੀਚੇ ਚਲਾ ਜਾਏਗਾ। ਤਾਂ ਇਹੋ ਜਿਹੇ ਕੁਐਸਚਨ ਦੇ ਜਦੋਂ dy/dx ਨਾ ਬਣਦਾ ਹੋਵੇ ਤਾਂ ਆਪਣੀ ਸੈਕਿੰਡ ਟਰਾਈ ਹੋਏਗੀ ਅਸੀਂ ਇਸ ਨੂੰ dx/dy ਵਾਲੀ ਫਾਰਮ 'ਚ ਲੈ ਕੇ ਆਈਏ। dx ਉੱਪਰ ਚਲਾ ਗਿਆ, dy नीचे आ गया, इधर मल्टीप्लाई हो गया, इधर रह गया x + y। हुण तुहाडे कोले dx/dy = x + y है। दोनों नूं चेंज कर लिया, इंटरचेंज। ਇਹਦੇ ਵਿੱਚ ਇਸ ਫਾਰਮ 'ਚ ਲੈ ਕੇ ਆਣਾ ਹੈ। x ਵਾਲੀ ਜਿਹੜੀ ਟਰਮ ਹੈ ਤੁਸੀਂ ਇਸ ਸਾਈਡ ਤੇ ਲੈ ਆਓ ਤਾਂ dx/dy - x = y ਆ ਗਈ। ਹੁਣ ਉਸ ਫਾਰਮ ਨਾਲ ਕੰਪੇਅਰ ਕਰੋ dx/dy plus px = q। ਇਹਦੇ ਵਿੱਚ p ਕਿੰਨੀ ਆ ਰਹੀ ਹੈ ਤੁਹਾਡੇ ਕੋਲੇ? p ਦੀ ਵੈਲਿਊ ਇੱਥੇ ਕੁਛ ਨਹੀਂ ਹੈ, ਮੀਨਸ 1 ਤਾਂ ਹੈਗਾ ਹੀ ਹੈ, ਮਾਈਨਸ ਤਾਂ 1 ਹੈ। p ਦੀ ਵੈਲਿਊ -1 ਆ ਗਈ ਤੇ q ਦੀ ਵੈਲਿਊ ਅਗਰ ਦੇਖੀਏ ਆਪਾਂ y ਆ ਗਈ। ਅਸੀਂ ਕੰਡੀਸ਼ਨ ਕੀ ਲਾਈ ਸੀ? p ਤੇ q ਸਿਰਫ y ਦੇ ਫੰਕਸ਼ਨ ਹੋਣੇ ਚਾਹੀਦੇ, ਇਹਦੇ ਚ x ਦਾ ਫੰਕਸ਼ਨ ਨਹੀਂ ਹੋਣਾ ਚਾਹੀਦਾ, x ਨਹੀਂ ਹੋਣਾ ਚਾਹੀਦਾ। ਦੋਨਾਂ ਚ x ਨਹੀਂ ਆ ਰਿਹਾ, ਇਹ ਸਿਰਫ y ਦਾ ਫੰਕਸ਼ਨ ਹੈ। ਹੁਣ ਤੁਸੀਂ ਦੇਖੋ ਜਦੋਂ ਇਸ ਤਰ੍ਹਾਂ ਦੀ ਇਕੁਏਸ਼ਨ ਇਹ ਇਸ ਫਾਰਮ ਦੀ ਡਿਫਰੈਂਸ਼ੀਅਲ ਇਕੁਏਸ਼ਨ ਬਣ ਗਈ। ਇਹਦੇ ਚ ਤੁਸੀਂ ਕੀਤਾ ਸੀ ਜਦੋਂ ਇਹ ਵਾਲੀ ਫਾਰਮ ਹੁੰਦੀ ਹੈ ਤਾਂ ਇੰਟੀਗ੍ਰੇਟਿੰਗ ਫੈਕਟਰ ਤੁਸੀਂ ਕੀ ਲੈਣਾ ਹੈ? e⁻∫ of p dy। ਇਹਨੂੰ ਇੰਟੀਗ੍ਰੇਟ ਕਰਨਾ ਹੈ ਵਿਦ ਰਿਸਪੈਕਟ ਟੂ y, क्योंकि यह p जड़ा है y का फंक्शन हो सकता है इत्थे सिर्फ। तो इधर अपने कोले इंटीग्रेटिंग फैक्टर कर लो। इंटीग्रेटिंग फैक्टर आ गया e⁻p हैगी है तुहाडे कोले -1 ते dy। माइनस नूं बाहर कटोगे ब्रैकेट तो 1 dy। इंटीग्रेट करना विद रिस्पेक्ट टू y तो y इंटीग्रेशन आ गई है, 1 की इंटीग्रेशन y होगी। तो अगे देखो ये आ गया तुहाडा इंटीग्रेटिंग फैक्टर। तुहाडे कोल डिफरेंशियल इक्वेशन जिहड़ी सी आवली बनी सीगी, इहनूं नंबर 1 लो, मल्टीप्लाई कर दो। अगला स्टैप सैकेंड स्टैप हुंदा मल्टीप्लाई 1 बाय इंटीग्रेटिंग फैक्टर। इंटीग्रेटिंग फैक्टर e⁻−y है, ਉਹਦੇ ਨਾਲ सारी इक्वेशन नूं मल्टीप्लाई करो। आवली इक्वेशन बन गई e⁻−y * dx/dy माइनस e⁻−y into x = e⁻−y into y। ਇਹ ਜਿਹੜਾ ਬਣ ਗਿਆ ਇਹ ਕੰਪਲੀਟ ਡੈਰੀਵੇਟਿਵ ਬਣ ਜਾਂਦਾ ਹੁੰਦਾ ਹੈ। ਅੱਗੇ ਅਸੀਂ d/dx ਲਿਖਦੇ ਸੀ, ਇੱਥੇ ਕੰਪਲੀਟ ਡੈਰੀਵੇਟਿਵ ਬਣੇਗਾ y ਦਾ। ਅੱਗੇ ਤੁਸੀਂ ਜਿੰਨੇ ਕੁਐਸਚਨ ਕੀਤੇ ਸੀ ਇਹਦਾ ਸੋਲੂਸ਼ਨ ਲਿਖਿਆ ਸੀਗਾ y into ਇੰਟੀਗ੍ਰੇਟਿੰਗ ਫੈਕਟਰ ਲਿਖਦੇ ਸੀ। ਇਹਦੇ ਵਿੱਚ ਸੋਲੂਸ਼ਨ ਹੁੰਦਾ ਹੈਗਾ x into ਇੰਟੀਗ੍ਰੇਟਿੰਗ ਫੈਕਟਰ। इधरले पासे इंटीग्रेशन ऑफ q into इंटीग्रेटिंग फैक्टर विद रिस्पेक्ट टू y होएगा प्लस c। तो हुण देखो इत्थे अपने कोल जिहड़ा आ गया ये कंप्लीट डेरिवेटिव किहदा बनूगा? x into इंटीग्रेटिंग फैक्टर। इंटीग्रेटिंग फैक्टर है e⁻−y ते इस जगह ते आ गया तुहाडे कोले q into इंटीग्रेटिंग फैक्टर ऑलरेडी है ही है, मल्टीप्लाई है, ਇਹਨੂੰ ਇੰਟੀਗ੍ਰੇਟ ਕਰਨਾ ਵਿਦ ਰਿਸਪੈਕਟ ਟੂ y। ਹੁਣ ਤੁਸੀਂ ਦੇਖੋ ਆ ਜਿਹੜਾ ਆਪਾਂ ਲਿਖਿਆ ਕੰਪਲੀਟ ਡੈਰੀਵੇਟਿਵ, ਜੇ ਤੁਸੀਂ ਇੱਕ ਵਾਰੀ ਇਹਨੂੰ ਚੈੱਕ ਕਰਨਾ ਹੈਗਾ, ਦੋ ਦੀ ਪ੍ਰੋਡਕਟ ਹੈ। ਦੇਖੋ e⁻−y ਉਸੇ ਤਰ੍ਹਾਂ ਰਹਿ ਗਿਆ, x ਦਾ ਡੈਰੀ ਵਿਦ ਰਿਸਪੈਕਟ ਟੂ y ਕੱਢਣਾ ਹੈ dx/dy
ਅਗਲੀ ਵਾਰ ਪਲੱਸ ਪੈਂਦਾ ਹੁੰਦਾ ਵਿੱਚ, ਪਲੱਸ ਪੈ ਕੇ ਅਗਲੀ ਵਾਰ x ਉਸੇ ਤਰ੍ਹਾਂ ਰਹਿ ਗਿਆ। e ਦੀ ਪਾਵਰ ਮਾਈਨਸ y ਦਾ ਡੈਰੀਵੇਟਿਵ e ਦੀ ਪਾਵਰ ਮਾਈਨਸ y ਹੁੰਦਾ, ਇਨਸਾਈਡ ਦਾ ਮਾਈਨਸ ਹੁੰਦਾ, ਇਸ ਕਰਕੇ ਵਿਚਾਲੇ ਮਾਈਨਸ ਆ ਗਿਆ। ਇਸ ਦਾ ਇਹ ਕੰਪਲੀਟ ਡੈਰੀਵੇਟਿਵ ਹੈ। ਨਾਓ ਇੰਟੈਗਰੇਟ ਕਰ ਦੋ ਬੋਥ ਸਾਈਡਸ। ਸੌਰੀ, ਇੱਥੇ ਇੰਟੈਗ੍ਰੇਸ਼ਨ ਦਾ ਸਾਈਡ ਨਹੀਂ ਹੈ ਨਾ, ਆਪਣੇ ਕੋਲ ਸਿਰਫ ਇਹਨੂੰ ਕੰਪਲੀਟ ਫਾਰਮ ਦੇ ਵਿੱਚ ਲਿਖਿਆ ਸੀਗਾ ਆਪਣੇ ਕੋਲ। ਹੁਣ ਇਹਨੂੰ ਇੰਟੈਗਰੇਟ ਕਰ ਦੋ ਦੋਨੋਂ ਪਾਸੇ। x इंटू e ਦੀ ਪਾਵਰ ਮਾਈਨਸ y ਇਜ਼ ਇਕੁਅਲ ਟੂ, ਇੱਧਰ ਇੰਟੈਗ੍ਰੇਸ਼ਨ ਆ ਗਿਆ, e ਦੀ ਪਾਵਰ ਮਾਈਨਸ y ਇੰਟੂ y dy। डिफरेंशिएट करता है विद रिस्पेक्ट टू y, इथों कट गया डी अपन डी वाई, इधर इंटीग्रेट हो गया। अगे देखो x e दी पावर माइनस y इज इक्वल टू, ये दो दी अपने कोले प्रोडक्ट होंदी है, एक नु फर्स्ट लेना होंदा, एक नु सेकंड लेना होंदा है। आइलेट का रूल याद है? आइलेट के रूल के अकॉर्डिंग पहला एल्जेब्रिक फंक्शन, फिर एक्सपोनेंशियल फंक्शन। एक्सपोनेंशियल फंक्शन e दी पावर वाला हुंदा है, एल्जेब्रिक फंक्शन जिहड़ा x y वाली फॉर्म वाले हुंदे ने। तां अपने कोले फर्स्ट किनू मन्नोगे एल्जेब्रिक फंक्शन नू, सैकेंड किनू मन्नोगे एक्सपोनेंशियल फंक्शन नू। इनू अगर प्रोडक्ट होवे इंटीग्रेशन करन दा मैथड की है, फर्स्ट उसे तरह, सैकेंड दी इंटीग्रेशन e दी पावर माइनस y दी इंटीग्रेशन करनी है, e दी पावर माइनस y दी इंटीग्रेशन e दी पावर माइनस y अपॉन इनसाइड दा डेरिवेटिव माइनस 1 बनदा है, ਉਹਦੇ ਨਾਲ डिवाइड। ਅੱਗੇ ਮਾਈਨਸ ਦਾ ਸਾਈਨ ਪਾ ਕੇ ਇੰਟੀਗ੍ਰੇਸ਼ਨ ਦਾ ਸਾਈਨ ਪਾ ਦੋ। ਪਹਿਲੇ ਦਾ ਡੈਰੀਵੇਟਿਵ, ਫਸਟ ਵਾਲੇ ਦਾ ਡੈਰੀਵੇਟਿਵ, y ਦਾ ਡੈਰੀਵੇਟਿਵ ਵਿਦ ਰਿਸਪੈਕਟ ਟੂ y ਕਰ ਰਹੇ ਆ, 1 ਹੋਏਗਾ। ਫਿਰ ਸੈਕਿੰਡ ਵਾਲੇ ਦਾ ਇੰਟੀਗ੍ਰੇਸ਼ਨ ਆ ਪਹਿਲਾਂ ਵੀ ਕਰਕੇ ਹਟੇ ਆ, e ਦੀ ਪਾਵਰ ਮਾਈਨਸ y ਅਪॉन ਮਾਈਨਸ ਦਾ 1। ਇੰਟੀਗ੍ਰੇਟ ਅੱਗੋਂ ਆ ਰਹਿੰਦਾ ਹੈ, ਇੰਟੀਗ੍ਰੇਸ਼ਨ ਕਰਨੀ ਹੈ ਵਿਦ ਰਿਸਪੈਕਟ ਟੂ y। ਤਾਂ x e ਦੀ ਪਾਵਰ ਮਾਈਨਸ y ਇਜ਼ ਇਕੁਅਲ ਟੂ, ਇੱਥੇ ਆ ਗਿਆ ਮਾਈਨਸ ਦਾ y इंटू e दी पावर माइनस वाई, माइनस माइनस प्लस हो गया, e दी पावर माइनस वाई डी वाई। हूँ इनू अगे इंटीग्रेट कर दो, x e दी पावर माइनस वाई इज इक्वल टू वाई e दी पावर माइनस वाई प्लस e दी पावर माइनस वाई दी इंटीग्रेशन e दी पावर माइनस वाई अपॉन माइनस 1 प्लस एनी कॉन्स्टेंट c। आंसर आ गया x इंटू e दी पावर माइनस वाई, इधर है माइनस वाई e दी पावर माइनस वाई, ਇੱਥੇ प्लस माइनस माइनस हो गया, e दी पावर माइनस वाई प्लस सी। ਬਹੁਤਾ है e दी पावर माइनस वाई सारे चों ਘਟਾ ਸਕਦੇ ਹੋ ਤੁਸੀਂ, ਸਾਰਿਆਂ ਚ ਹੈ, ਸਾਰਿਆਂ ਨੂੰ ਡਿਵਾਈਡ ਕਰ ਦਿਓ e दी पावर माइनस वाई ਦੇ ਨਾਲ। ਇੱਧਰ ਰਹਿ ਗਿਆ ਤੁਹਾਡੇ ਕੋਲੇ x इज इक्वल टू माइनस ਦਾ y ਰਹਿ ਜਾਏਗਾ ਇੱਥੇ। ਇੱਧਰ ਰਹਿ ਗਿਆ ਤੁਹਾਡੇ ਕੋਲ e दी पावर माइनस वाई ਨਾਲ ਡਿਵਾਈਡ ਹੋ ਕੇ ਮਾਈਨਸ ਦਾ 1 ਆ ਗਿਆ। ਇੱਧਰਲੇ ਪਾਸੇ ਤੁਹਾਡੇ ਕੋਲ ਆ ਗਿਆ ਪਲੱਸ c ਸੀਗਾ, ਇਹਦੇ ਚ e ਦੀ ਪਾਵਰ y ਨਹੀਂ ਸੀਗਾ, ਮਾਈਨਸ y ਨਹੀਂ ਸੀਗਾ। e ਦੀ ਪਾਵਰ ਮਾਈਨਸ y ਨਾਲ ਅਗਰ ਡਿਵਾਈਡ ਕਰੋਗੇ ਤਾਂ ਉੱਪਰ ਆ ਕੇ ਬਣੂਗਾ e ਦੀ ਪਾਵਰ ਪਲੱਸ ਦਾ y। ਇਧਰੋਂ ਦੀ ਇੱਕ ਸਟੈਪ ਹੋਰ ਕਰ ਸਕਦੇ ਹੋ, x ਆ y ਵੀ ਇੱਧਰ ਲੈ ਆਓ, 1 ਵੀ ਇੱਧਰ ਲੈ ਆਓ, ਇੱਧਰ ਰਹਿ ਗਿਆ c e ਦੀ ਪਾਵਰ y। ਇਹ ਤੁਹਾਡੇ ਕੋਲ ਇਸ ਦਾ ਸੋਲੂਸ਼ਨ ਹੈ। नेक्स्ट क्वेश्चन देखते हैं। नेक्स्ट क्वेश्चन ਤੁਹਾਡਾ 11 देखो, ਇਹਨੂੰ ਵੀ देखो ਤੁਸੀਂ ਪਹਿਲਾਂ ਤਾਂ ਅਗਰ dx upon dy ਦੀ ਫਾਰਮ ਚ ਲਿਖਣਾ ਚਾਹੋ ਤਾਂ ਪਹਿਲਾਂ dx ਨੂੰ ਉੱਧਰ ਲੈ ਕੇ ਗਏ ਤੁਸੀਂ, ਤਾਂ ਇਹ ਆ ਜਾਏਗਾ x minus y ਦਾ ਸਕੁਅਰ into dy is equal to minus ਦਾ y dx। ਹੁਣ ਦੇਖੋ ਜੇ ਤੁਸੀਂ dy upon dx ਬਣਾਉਂਦੇ ਹੋ, ਆ dx ਵਟੇ ਆਏਗਾ, ਆ ਨੀਚੇ ਜਾਏਗਾ, y upon x minus y ਸਕੁਅਰ ਹੈ, ਇਹਨਾਂ ਨੂੰ ਤੁਸੀਂ ਅਲੱਗ ਨਹੀਂ ਕਰ ਸਕੋਗੇ। अगर y upon x minus y स्क्वायर बनता है, इन्होंने सैपरेट नहीं कर सकते। अगर ये चीज़ टर्म ऊपर होंगी फिर सैपरेट हो जाती है। तो ये असी की करना है, क्योंकि dy upon dx वाली फॉर्म च कन्वर्ट नहीं हो रहा, आप इसनू dx upon dy वाली फॉर्म च करांगे, dy बटे जाएगा, आ नीचे आएगा। तो इत्थे आ गया dx इधर आ गया, dy नीचे चला गया। ये जड़ा है x माइनस वाई स्क्वायर इधर सीगा ही, आ माइनस का y भी नीचे ले आओ। तो ਤੁਹਾਡੇ ਕੋਲੇ dx upon dy ਆ ਜਾਏਗਾ ਮਾਈਨਸ, ਇੱਥੇ ਹੈ ਮਾਈਨਸ ਨੂੰ ਅੱਗੇ ਲਾ ਲਓ, x minus y square upon y। ਇਹਨੂੰ ਹੁਣ ਸੈਪਰੇਟ ਕਰ ਲਓ, ਜਿਵੇਂ ਪਹਿਲਾਂ ਦੱਸਿਆ ਸੀਗਾ, ਜੇ ਉਲਟਾ ਹੁੰਦਾ ਸੀਗਾ ਉਹਨੂੰ ਸੈਪਰੇਟ ਨਹੀਂ ਸੀ ਕਰ ਸਕਦੇ, ਇੱਥੇ ਹੁਣ ਸੈਪਰੇਟ ਕਰ ਸਕਦੇ ਆ। ਮਾਈਨਸ ਦਾ x upon y ਲਿਖ ਲਾਂਗੇ, ਇਹਨੂੰ ਬਟਾ ਅਲੱਗ ਕਰ ਲਾਂਗੇ, ਡਿਨੋਮੀਨੇਟਰ ਅਲੱਗ ਕਰ ਲਾਂਗੇ ਇਹਨਾਂ ਦੇ,
माइनस माइनस प्लस आ गया, इत्थे आ जाएगा वाई स्क्वायर अपॉन वाई। अगे देखो dx अपॉन dy इज इक्वल टू माइनस दा x अपॉन वाई। इधर बन गया एक y कैंसिल हो गया, एक रह गया प्लस दा y। हुण ये वाली x वाली टर्म इधर ले आओ, तो ये बन जाएगा dx अपॉन dy इज प्लस x अपॉन y इज इक्वल टू इत्थे रहेगा y। इनू कंपेयर करो dx अपॉन dy प्लस पी वाई इज इक्वल टू क्यू दे नाल, पी एक्स इज इक्वल टू क्यू दे नाल। इहदे नाल कंपेयर किया तो अपने कोल पी की वैल्यू कितनी आ गई है, कंपेयर करके देखो एक्स तो है ही है, डी एक्स अपॉन डी वाई भी है, प्लस इत्थे एक्स है, एक्स पी की थां ते आ रहा 1 अपॉन वाई, ते क्यू की थां ते आ रहा वाई। ध्यान दो पी ते क्यू जिहड़े दोनों ही वाई का फंक्शन ने, तो ये लीनियर डिफरेंशियल इक्वेशन dx अपॉन dy वाली फॉर्म की बन चुकी है तुहाडे कोले। हुण तुसीं इसनूं इंटैग्रेट करना है। इंटैग्रेट करने लिए पहला इंटैग्रेटिंग फैक्टर करना पैना है। इंटैग्रेटिंग फैक्टर ये होंदा है ई पी की इंटैग्रेशन करनी है विद रिस्पैक्ट टू ये वाई नाल करनी है, क्योंकि ये वाई का फंक्शन है पी। इत्थे आ जाएगा ई पी जिहड़ी है 1 अपॉन वाई आ गई डी वाई, तो ई इहदा आ जाएगा लॉग वाई, ई ते लॉग कैंसिल हो गए, ये आ गया वाई। तो तुहाडे कोल इंटैग्रेटिंग फैक्टर वाई आ गया। मल्टीप्लाई कर दो अगली इक्वेशन नूं, मल्टीप्लाई 1 बाय वाई, वाई ना मल्टीप्लाई करता जो इंटैग्रेटिंग फैक्टर आया है, तो ये आ गया वाई डी एक्स अपॉन डी वाई प्लस इत्थे वाई नाल मल्टीप्लाई होया, वाई नाल वाई कट गया, रह गया एक्स, इत्थे वाई नाल मल्टीप्लाई हो गया, बन गया वाई दा स्क्वायर। हुण आपां ने इहनूं बनाना हुंदा है कंप्लीट डिफरेंशियल। कंप्लीट डिफरेंशियल बनाना है विद रिस्पैक्ट टू वाई। ਇਹਦੇ ਵਿੱਚ ਕੀ ਹੁੰਦਾ ਹੈ x ਇੰਟੂ ਇੰਟੈਗਰੇਟਿੰਗ ਫੈਕਟਰ। x ਇੰਟੂ ਇੰਟੈਗਰੇਟਿੰਗ ਫੈਕਟਰ ਕਿੰਨਾ ਆਇਆ ਤੁਹਾਡਾ y। ਅਗਰ ਤੁਸੀਂ ਇਸ ਨੂੰ ਸੋਲਵ ਕਰੋ ਦੇਖ ਲਓ ਦੁਬਾਰਾ, x ਜਿਹੜਾ ਹੈ ਪਹਿਲਾਂ ਅਗਰ ਆਪਾਂ ਪਹਿਲਾਂ y ਨੂੰ ਉਸੇ ਤਰ੍ਹਾਂ ਰੱਖ ਲਈਏ, y ਨੂੰ ਉਸੇ ਤਰ੍ਹਾਂ ਰੱਖ ਲਿਆ, x ਦਾ ਡੈਰੀਵੇਟਿਵ dx upon dy ਆ ਗਿਆ, ਪਲੱਸ ਅਗਲੀ ਵਾਰੀ x ਉਸੇ ਤਰ੍ਹਾਂ ਰਹਿ ਗਿਆ, y ਦਾ ਡੈਰੀਵੇਟਿਵ 1 ਹੁੰਦਾ ਹੈ, ਤਾਂ ਇਹੀ ਚੀਜ਼ ਬਣ ਜਾਂਦੀ ਹੈ। ਇੱਧਰ ਆਪਣੇ ਕੋਲ ਹੈ y ਦਾ ਸਕੁਅਰ। ਹੁਣ ਅੱਗੇ ਅਸੀਂ ਇੱਥੋਂ इंटैग्रेट कर देंगे दोनों पासे, इत्थे एक्स वाई आया, इत्थे इंटैग्रेशन वाई स्क्वायर विद रिस्पैक्ट टू किहदे नाल होएगी डी वाई। इत्थों इंटैग्रेशन करांगे तो डी अपॉन डी वाई हट जाएगा, डेरिवेटिव का निशान हट जाएगा। एक्स वाई इज इक्वल टू वाई स्क्वायर की इंटैग्रेशन आ गई वाई की पावर 3/3 प्लस सी। तो ये जिहड़ा है तुहाडे कोले आंसर आ गया। बहुता है वाई तुसीं नीचे लेके जा सकते हो, चाहे तुसी आंसर इत्थे ही छोड़ दो। नैक्सट क्वेश्चन देखो तुसी, इहदे च इस तरह लिख सकते सी एक्स इज इक्वल टू वाई दी पावर, वाई नीचे जाऊगा, एक वाई कटिया गया, प्लस इत्थे आ जाएगा सी अपॉन वाई। दोनों चो किसी भी जिहड़ा है जिन्ना मर्जी जिहड़ा आंसर तुसी इत्थे भी छोड़ सकते हो, ये भी आ सकता है। नैक्सट क्वेश्चन तुहाडा देखो, 13th क्वेश्चन बिल्कुल सिंपल है। dy अपॉन dx वाली फॉर्म दी है, जे इनू तुसी dy इनू सारे नू नीचे लेके आओगे तो सैपरेट नहीं कर सकोगे, नीचे प्लस वाली टर्म आ गई, तो ये उल्टा फेर करना पैना तुहानू। dx इधर लेके जाएगा, dy नू इधर लेके आओगे तो y नीचे आएगा, x प्लस 3y दा स्क्वायर अपॉन y। इत्थे y बटा आ गया ना, हुण इनू आपां अलग अलग कर सकते हैं। dx अपॉन dy इज इक्वल टू है तुहाडे कोले x प्लस 3y स्क्वायर अपॉन y। इनू इस साइड ते लिख लिया, उस साइड ते लिखता। इत्थे बटे तुसी डिनोमिनेटर्स अलग कर सकते हो। हुण जब तक नीचे प्लस होवे तां डिनोमिनेटर जिहड़े अलग नहीं हुंदे। ये आ गया x अपॉन y प्लस 3y स्क्वायर अपॉन y, एक y कैंसिल हो गया, एक रह जाएगा। dx अपॉन dy इधर आ गया तुहाडे कोले ये एक्स अपॉन वाई नू इधर लेके आओगे, माइनस दा एक्स अपॉन वाई, इधरली साइड ते रह गया 3 ते इत्थे वाई रह गया। हुण इनू कंपेयर करना है dx अपॉन dy प्लस px इज इक्वल टू क्यू दे नाल। कंपेयर करोगे इहदे विच p दी वैल्यू कितनी आ गई देखो, माइनस दा 1 अपॉन वाई, ते क्यू कितना आ गया तुहाडे कोले
3y, दोनों ही y ਦੇ ਫੰਕਸ਼ਨ ਨੇ। ਹੁਣ ਇੰਟੈਗਰੇਟਿੰਗ ਫੈਕਟਰ ਲਿਖੋ। ਇੰਟੈਗਰੇਟਿੰਗ ਫੈਕਟਰ ਕੀ ਹੋਏਗਾ? e ਇੰਟੈਗਰੇਸ਼ਨ ਆਫ p ਵਿਦ ਰਿਸਪੈਕਟ ਟੂ y। ਇਹ ਆ ਗਿਆ e ਇੰਟੈਗਰੇਸ਼ਨ ਆਫ p ਦੀ ਵੈਲਿਊ ਕਿੰਨੀ ਹੈ ਤੁਹਾਡੇ ਕੋਲੇ? ਮਾਈਨਸ ਦਾ 1/y ਆਇਆ, ਇੰਟੈਗਰੇਟ ਕਰਨਾ ਵਿਦ ਰਿਸਪੈਕਟ ਟੂ y। ਤਾਂ ਇਹ ਆ ਗਿਆ e ਦੀ ਪਾਵਰ, ਮਾਈਨਸ ਬਾਹਰ ਕੱਢ ਲਿਆ, 1/y ਦੀ ਇੰਟੈਗਰੇਸ਼ਨ ਹੋਗੀ log y। ਇਹ ਮਾਈਨਸ ਦਾ ਜਿਹੜਾ ਹੈ e ਤੇ log ਉਦੋਂ ਤੱਕ ਨਹੀਂ ਕੱਢ ਸਕਦੇ ਜਦ ਤੱਕ ਮਾਈਨਸ ਹੈ, ਮਾਈਨਸ ਨੂੰ ਉੱਪਰ ਲੈ ਜਾਓ, log y ਦੀ ਪਾਵਰ ਆ ਗਈ ਮਾਈਨਸ ਦਾ 1। e ਤੇ log कैंसिल हो गए, y ਦੀ ਪਾਵਰ -1 है, ये आ जाएगा 1/y, y ਦੀ ਪਾਵਰ प्लस ਦੀ ਬਣਾ ਲਈ। ਇਹ ਤੁਹਾਡੇ ਕੋਲ ਇੰਟੈਗਰੇਟਿੰਗ ਫੈਕਟਰ ਆ ਗਿਆ। ਮਲਟੀਪਲਾਈ 1 ਬਾਈ ਇੰਟੈਗਰੇਟਿੰਗ ਫੈਕਟਰ 1/y ਨਾਲ ਮਲਟੀਪਲਾਈ ਕਰ ਦੋ ਸਾਰੀ ਇਕੁਏਸ਼ਨ ਨੂੰ, ਨੰਬਰ 1 ਨੂੰ। ਤਾਂ ਇਹ ਆ ਜਾਏਗਾ dx/dy ਮਾਈਨਸ ਇਹਨੂੰ ਮਲਟੀਪਲਾਈ ਕਰ ਰਿਹਾ 1/y ਨਾਲ। ਇੱਧਰ ਆ ਗਿਆ x ਨੂੰ 1/y ਨਾਲ ਮਲਟੀਪਲਾਈ ਕੀਤਾ ਤਾਂ 1/y x/y² ਬਣ ਗਿਆ। ਇੱਧਰ ਆ ਜਾਏਗਾ 1/y ਨਾਲ ਮਲਟੀਪਲਾਈ ਕੀਤਾ y ਨਾਲ y ਕੱਟ ਕੇ ਰਹਿ ਗਿਆ 3। ਇਹਨੂੰ ਅਸੀਂ ਲਿਖਣਾ ਹੈ ਕੰਪਲੀਟ ਡੈਰੀਵੇਟਿਵ ਆਫ ਵਿਦ ਰਿਸਪੈਕਟ ਟੂ y। ਤਾਂ ਕੰਪਲੀਟ ਡੈਰੀਵੇਟਿਵ ਬਣੇਗਾ x ਇੰਟੂ ਇੰਟੈਗਰੇਟਿੰਗ ਫੈਕਟਰ, ਇੰਟੈਗਰੇਟਿੰਗ ਫੈਕਟਰ 1/y ਹੈ। ਤਾਂ ਦੇਖ ਲਓ ਪਹਿਲਾਂ ਜਿਵੇਂ 1/y ਉਸੇ ਤਰ੍ਹਾਂ x ਦਾ ਡੈਰੀਵੇਟਿਵ dx/dy ਪਲਸ ਅਗਲੀ ਵਾਰੀ x ਉਸੇ ਤਰ੍ਹਾਂ 1/y ਦਾ ਡੈਰੀਵੇਟਿਵ ਕੱਢਣਾ ਹੈ। 1/y ਦਾ ਡੈਰੀਵੇਟਿਵ ਜਿਹੜਾ ਹੈ ਇਹਨੂੰ y ਦੀ ਪਾਵਰ -1 ਲਿਖ ਸਕਦੇ ਹੋ। ਅਗਰ ਇਹਨੂੰ ਡਿਫਰੈਂਸ਼ੀਏਟ ਕਰੀਏ, ਡਿਫਰੈਂਸ਼ੀਏਟ ਕਰੋਗੇ ਪਾਵਰ 1 ਘਟ ਜਾਂਦੀ ਹੈ, -2/-2 ਹੋ ਜਾਂਦੀ ਹੈ ਤੁਹਾਡੇ ਕੋਲੇ। ਡੈਰੀਵੇਟਿਵ ਕੱਢਿਆ, ਸੌਰੀ ਡੈਰੀਵੇਟਿਵ ਕੱਢੋਗੇ ਪਾਵਰ -1 y ਦੀ ਪਾਵਰ -2 ਹੋ ਜਾਏਗੀ। ਤਾਂ ਇਹ ਆ ਜਾਏਗਾ -1/y ਦਾ ਸਕੁਅਰ। ਉਹੀ ਚੀਜ਼ ਬਣ ਰਹੀ ਹੈ, ਮਾਈਨਸ ਵੀ ਹੈਗਾ y ਦਾ ਸਕੁਅਰ ਵੀ ਹੈਗਾ। ਤਾਂ ਆ ਕੰਪਲੀਟ ਡੈਰੀਵੇਟਿਵ ਬਣ ਗਿਆ। ਇੱਧਰਲੇ ਪਾਸੇ 3 ਹੈ। ਇੰਟੈਗਰੇਟ ਬੋਥ ਸਾਈਡਸ ਵਿਦ ਰਿਸਪੈਕਟ ਟੂ y। ਇੱਥੋਂ y ਕੱਟ ਗਿਆ, d/dy ਕੱਟ ਗਿਆ, ਇੱਥੇ ਰਹਿ ਗਿਆ x/y। ਇੱਧਰ ਆ ਜਾਏਗਾ ਇੰਟੈਗਰੇਸ਼ਨ ਆਫ 3 ਵਿਦ ਰਿਸਪੈਕਟ ਟੂ y। x/y ਇੱਧਰ ਆ ਗਿਆ 3, 1 ਇੱਥੇ ਅੰਦਰ 1 ਰਹਿ ਗਿਆ, 3 ਨੂੰ ਬਾਹਰ ਕੱਢ ਲਓ, 1 ਦਾ ਇੰਟੈਗਰੇਸ਼ਨ ਵਿਦ ਰਿਸਪੈਕਟ ਟੂ y ਹੋ ਗਿਆ ਪਲਸ c। x is equal to 3y² plus cy। ਆ ਤੁਹਾਡੇ ਕੋਲੇ ਸੋਲੂਸ਼ਨ ਹੋ ਗਿਆ ਇਸ ਦਾ। ਨੈਕਸਟ ਦੇਖੋ, ਤੁਹਾਡਾ 13th ਕੁਐਸਚਨ ਦੇਖੋ। ਇਹਦੇ ਚਾਰ ਡਿਫਰੈਂਸ਼ੀਏਸ਼ਨ ਹੈ ਨਾਲ ਕੰਡੀਸ਼ਨਸ ਦੇਤੀਆਂ ਕਿ ਅਗਰ y 0 ਹੈ ਤਾਂ x ਉਦੋਂ ਹੋਏਗਾ when x is equal to π/3 ਹੋਵੇ। ਤਾਂ ਇਹਨੂੰ ਸੋਲਵ ਤਾਂ ਉਸੇ ਤਰ੍ਹਾਂ ਹੀ ਕਰਨਾ। ਪਹਿਲਾਂ ਦੇਖੋ ਇਹ ਕਿਹੜੀ ਫਾਰਮ ਦੇ ਵਿੱਚ ਬਣਦੀ ਪਈ ਹੈ, dy/dx ਹੈ ਪਲਸ ਇਹਨੂੰ ਮੈਂ ਥੋੜਾ ਠੀਕ ਕਰਕੇ ਲਿਖਦੀ ਹਾਂ 2 tan x ਤੇ into y ਲਿਖ ਸਕਦੇ ਹਾਂ ਅਸੀਂ ਇਹਨੂੰ। ਇੱਧਰ ਹੈ sin x। ਤਾਂ ਇਹ ਜਿਹੜੀ ਹੈ ਤੁਹਾਡੇ ਕੋਲੇ ਇਹਦੇ ਨਾਲ ਕੰਪੇਅਰ ਕਰੋ dy/dx plus py is equal to q। ਇਹਦੇ ਨਾਲ ਅਗਰ ਕੰਪੇਅਰ ਕਰਦੇ ਆ ਤਾਂ p ਜਿਹੜਾ ਹੈ ਆ ਰਿਹਾ ਤੁਹਾਡੇ ਕੋਲੇ 2 tan x ਤੇ q ਆ ਰਿਹਾ ਤੁਹਾਡੇ ਕੋਲੇ sin x। ਦੋਨੋਂ ਹੀ ਦੇਖੋ ਇਹ x ਦੇ ਫੰਕਸ਼ਨ ਨੇ। ਅਗਰ x ਦੇ ਫੰਕਸ਼ਨ ਹੋਣ dy/dx ਵਾਲੀ ਫਾਰਮ ਹੈ ਤਾਂ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਬਣ ਗਈ। ਇੰਟੈਗਰੇਟਿੰਗ ਫੈਕਟਰ ਕੱਢੋ ਤੁਸੀਂ ਇਹਦੇ ਵਿੱਚ। ਇੰਟੈਗਰੇਟਿੰਗ ਫੈਕਟਰ ਹੁੰਦਾ ਹੈ e ਦੀ ਪਾਵਰ p ਇੰਟੈਗਰੇਸ਼ਨ ਵਿਦ ਰਿਸਪੈਕਟ ਟੂ x। e इंटीग्रेशन ऑफ p दी हुई है 2 tan x, डिफरेंशिएट करना विद रिस्पेक्ट टू x। ये आ जाएगा e दी पावर 2 बाहर आ गया। tan x दी इंटीग्रेशन होती है log ऑफ, या तो माइनस का log ऑफ cos x होती है या फिर प्लस का लिखना है तो log ऑफ secant x। दोनों याद रखा करो। अगर नेगेटिव लोगे तो cos x लिखना पड़ेगा, अगर पॉजिटिव लिखनी है तो secant x आएगा। 2 ਨੂੰ ਉੱਪਰ ਲੈ ਜਾਓ ਤਾਂ ਇਹ ਬਣ ਗਿਆ e ਦੀ ਪਾਵਰ log secant x ਦਾ ਸਕੁਅਰ ਹੋ ਗਿਆ। e ਤੇ log ਕੈਂਸਿਲ ਹੋ ਗਏ, ਇਹ ਬਣ ਗਿਆ secant ਸਕੁਅਰ x ਲਿਖ ਸਕਦੇ ਹੋ ਇਸ ਨੂੰ। secant x ਦਾ ਸਕੁਅਰ ਮੀਨ secant ਸਕੁਅਰ x। ਤਾਂ ਤੁਹਾਡੇ ਕੋਲੇ ਇੰਟੀਗ੍ਰੇਟਿੰਗ ਫੈਕਟਰ ਆ ਗਿਆ secant ਸਕੁਅਰ x। ਤੁਹਾਡੇ ਕੋਲ ਆ ਡਿਫਰੈਂਸ਼ੀਅਲ ਇਕੁਏਸ਼ਨ ਬਣੀ ਸੀਗੀ ਫਸਟ, ਇਹਨੂੰ ਮਲਟੀਪਲਾਈ ਕਰ ਦੋ 1 ਬਾਈ ਇੰਟੀਗ੍ਰੇਟਿੰਗ ਫੈਕਟਰ that is secant square x। ਇਹਦੇ ਨਾਲ ਤੁਸੀਂ ਮਲਟੀਪਲਾਈ ਕਰਨਾ ਹੈ
ਮਲਟੀਪਲਾਈ ਕਰੋ ਸਾਰੀ ਇਕੁਏਸ਼ਨ ਨੂੰ। ਪਹਿਲਾਂ ਇੱਧਰ ਆਏਗਾ secant square x, ਇੱਥੇ ਆ ਗਿਆ dy upon dx प्लस फिर इत्थे मल्टीप्लाई किया 2 tan x secant square x ते नाल y है ही सीगा। इधर sin x है, sin x नू भी मल्टीप्लाई करता secant square x दे नाल। हुण तुसीं इस नू कंप्लीट डेरिवेटिव दी फॉर्म च लिखना है, d upon dy डिफरेंशिएट करना विद रिस्पेक्ट टू x, सॉरी x ना डिफरेंशिएट हो रहा है, डिफरेंशिएट कर y इंटू इंटेग्रेटिंग फैक्टर, y इंटू इंटेग्रेटिंग फैक्टर सी तुहाडा secant square x। y देखो पहला secant square x उस तरह रख लिया, y का डेरिवेटिव dy upon dx प्लस अगली बारी y उस तरह रख लिया। secant square x का डेरिवेटिव करना है, पहला 2 अगे आएगा, 2 अगे आके secant x आएगा, फिर अगे secant x का डेरिवेटिव secant x tan x होंदा है, तो वो बन जाएगा 2 tan x, दो बारी secant आया सी secant square x, आही चीज बन जाती है अगर इसको डिफरेंशिएट करो। इधरले पासे है तुहाडे कोले sin x है ते इत्थे secant square x है। तुसी इहदे विच इहनू इस तरह कर सकदे हो, secant x है तुहाडे कोले, एक secant x अलग कर लिया, दूजा secant x अलग कर लिया, दो ने secant x, एक secant x नू तुसी इस तरह रहंदा, दूजे secant x नू 1/, की लिख सकदे हो, cos x लिख सकदे हो, ठीक है। ये तो अपने कोले इधरों ती ये बन जूगी sin बटे cos बन गई tan x ते secant x तुहाडे कोले है ही है। ये स्टेप नोट करने वाला है। इधरले पासे तुहाडे कोले तुसी है y secant square x, तुसी एंटी डेरिवेटिव लेना हुंदा है, दोनों पासे इंटीग्रेट करो, इधरों इंटीग्रेट करो, गया खत्म हो गया, इधरले पासे इंटीग्रेशन हजे होनी है विद रिस्पेक्ट टू x। ये चेंज ताही किया है तां जो इंटीग्रेशन सौखी बन जाए। हुण तुहाडे कोल secant x tan x वाली फॉर्म बन गई है, secant x tan x है ये, y secant square x इज इक्वल टू, इधर है secant x अगे लिख लिया मैं, tan x पीछे लिख लिया dx। secant x tan x किहदा डेरिवेटिव हुंदा सीगा, y secant square x, ए हुंदा सी secant x दा डेरिवेटिव, तो इसकी इंटीग्रेशन होगी secant x प्लस एनी कांस्टेंट c। तुहाडे कोल आ आंसर आया है, हले अपने कोल आ चीज पुट करनी है। इहदे च गिवन है y 0 है व्हेन x इज इक्वल टू कितना होएगा π/3, c कढ लो इथों, y नू 0 करो, 0 इंटू secant square x नू कितना करना है π/3, इधर आ गया secant π/3 प्लस c, आ तो सारा 0 ना मल्टीप्लाई होके 0 बन गया। secant π/3 मीन्स 1 cos π/3 प्लस c, cos π/3 का मतलब है 60 डिग्री, cos 60 की वैल्यू कितनी होती है 1/2 प्लस c, 2 ऊपर गया तो ये आ जाएगा तुहाडे कोले 2 प्लस c, तो c की वैल्यू आ गई -2, -2 इत्थे भर दो तुसी इस इक्वेशन दे विच, तो y secant square x इज इक्वल टू secant x -2, आ तुहाडे कोले इसका सोल्यूशन होता। नेक्स्ट क्वेश्चन देखो तुसी, आंसर जेड़ा छड्या होया है इसने इन्हां ने, ये आ गया y, अगे सॉल्व कर सकते हो थोड़ा जिहा इसनू, y अपॉन इत्थे बन गया cos square x, इधर बन गया 1 अपॉन cos x -2, cos square x ਨੂੰ उधर ले जाओगे तो y इज इक्वल टू आ गया, इत्थे cos square नाल एक cos कट गया, एक cos x रह गया, माइनस इत्थे 2 नाल मल्टीप्लाई हो गया cos square x, आंसर चाहे इत्थे cos की फॉर्म च ले आओ। अगला क्वेश्चन देखो, नेक्स्ट क्वेश्चन तुहाडा 14th देखो, आ इक्वेशन दी है, इसनू पहला कोशिश करो dy upon dx की फॉर्म चेंज करने दी। तुहाडे कोल इत्थे 1 + x² नू हटाना है, सारी थ्रो आउट 1 + x² नाल डिवाइड कर दो सारी इक्वेशन नू, इत्थों 1 + x² कैंसिल हो गया, इहदे विच 2xy तो है ही सी, नीचे 1 + x² आ गया, इधर 1 upon 1 + x² एक ऑलरेडी सी, एक होर आ गया डिवाइड करन दे नाल, तो इक्वेशन बन गई तुहाडे कोल dy upon dx प्लस 2x upon 1 + x² तो है ही है इंटू y है नाल,
ਇੱਧਰ ਤੁਹਾਡੇ ਕੋਲ ਬਣ ਗਿਆ 1/1 plus x ਸਕੁਅਰ ਦਾ, ਕਿਉਂਕਿ ਦੋ ਵਾਰ ਆਇਆ ਸਕੁਅਰ ਹੋ ਗਿਆ। ਤਾਂ ਇਹਨੂੰ ਕੰਪੇਅਰ ਕਰਨਾ ਹੈ dy/dx plus py is equal to q ਦੇ ਨਾਲ। p ਦੀ ਵੈਲਿਊ ਆ ਰਹੀ ਹੈ 2x/1 plus x ਕਿਉਂ, ਤੇ q ਦੀ ਵੈਲਿਊ ਆ ਰਹੀ ਹੈ 1/1 plus x ਸਕੁਅਰ ਦਾ ਸਕੁਅਰ। ਅੱਗੇ ਕਰਨਾ ਇੰਟੈਗਰੇਟਿੰਗ ਫੈਕਟਰ। ਦੇਖੋ x ਦਾ ਹੀ ਫੰਕਸ਼ਨ ਨੇ ਇਹ। इंटीग्रेटिंग फैक्टर e इंटीग्रेशन ऑफ p विद रिस्पेक्ट टू x, e इंटीग्रेशन ऑफ p है 2x/1 plus x स्क्वायर, ਇੱਥੇ ਹੋ ਗਿਆ ds। इंटीग्रेशन ਹੁਣ याद हो गई होनी है, ਇਹਨੂੰ t ਪੁੱਟ ਕਰੀਏ ਆਹ ਡੈਰੀਵੇਟਿਵ ਬਣ ਜਾਂਦਾ 1/t ਵਾਲੀ ਫਾਰਮ ਆ ਰਹੀ ਹੈ। 1/t ਦੀ ਇੰਟੀਗ੍ਰੇਸ਼ਨ ਹੁੰਦੀ ਹੈ log t, t ਕਿਨੂੰ ਮੰਨ ਰਹੇ ਆਪਾਂ 1 plus x स्क्वायर ਨੂੰ। e ਤੇ log कैंसिल हो गया ਤਾਂ ਇਹ ਆ ਗਿਆ 1 plus x ਸਕੁਅਰ ਹੀ ਆ ਗਿਆ। ਆ ਇੰਟੀਗ੍ਰੇਟਿੰਗ ਫੈਕਟਰ ਤੁਹਾਡਾ ਆ ਗਿਆ। ਇੰਟੀਗ੍ਰੇਟਿੰਗ ਫੈਕਟਰ ਤੁਹਾਨੂੰ ਪਤਾ ਲੱਗ ਗਿਆ। ਅੱਗੇ ਕੀ ਕਰਨਾ ਹੈ, ਆਵਲੀ ਜਿਹੜੀ ਇਕੁਏਸ਼ਨ ਨੰਬਰ 1 ਹੈ ਇਸ ਨੂੰ ਸਾਰੀ ਨੂੰ ਮਲਟੀਪਲਾਈ ਕਰ ਦੋ। ਮਲਟੀਪਲਾਈ 1 by इंटीग्रेटिंग फैक्टर दैट इज 1 plus x ਦਾ ਸਕੁਅਰ। ਮਲਟੀਪਲਾਈ ਕਰੋਗੇ ਇੱਥੇ ਆ ਜਾਏਗਾ 1 plus x ਸਕੁਅਰ ਦਾ ਮਲਟੀਪਲਾਈ ਹੋ ਰਿਹਾ dy/dx प्लस इस जगह पे ध्यान दो 1 plus x के नाल मल्टीप्लाई करांगे दोनों कैंसिल हो गए, रह गया 2xy। इधर भी 1 plus x करना मल्टीप्लाई होया तो एक कट गया, एक फैक्टर कट जाएगा, एक रह जाएगा 1 plus x का। आ इक्वेशन रहेगी तुहाडे कोले। हुण तुसीं देखो तुहाडे कोले ये जिहड़ा है कंप्लीट डेरिवेटिव है d/dx की फॉर्म लिख लो की हुंदा y into इंटीग्रेटिंग फैक्टर। y इंटू इंटीग्रेटिंग फैक्टर अपना आया सीगा 1 plus x स्क्वायर। इनू अगर इंटीग्रेट करते हो देखो आप फर्स्ट उसी तरह रखे, आप इसी तरह रखा हुआ है y का डेरिवेटिव dy/dx। अगली बारी y उसी तरह रख लिया, इसका डेरिवेटिव 2x आ गया। ये कंप्लीट डेरिवेटिव है। इधरले पासे है 1/1 plus x का स्क्वायर। इंटीग्रेट करोगे तो इधरों खत्म हो गया, डिफरेंशिएशन खत्म होगी। इधरली साइड पे इंटीग्रेशन होगी 1/1 plus x स्क्वायर दी विद रिस्पेक्ट टू x। तो y into 1 plus x स्क्वायर इज इक्वल टू एक किदा फॉर्मूला है याद है 1/1 plus x स्क्वायर किदा डेरिवेटिव हुंदा सीगा tan इनवर्स x का डेरिवेटिव हुंदा सी। तो इंटीग्रेशन इहदी की होगी tan इनवर्स x plus any constant c। गिवन है तुहाडे कोल आ कंडीशन y इज इक्वल टू 0 है when x इज इक्वल टू 1। तो y ਨੂੰ 0 परो, x ਨੂੰ 1 परो। y ਨੂੰ 0 परांगे आ सारी टर्म 0 होगी। इधर tan इनवर्स x ਨੂੰ 1 पर दो प्लस c। तो 0 इज इक्वल टू tan इनवर्स की वैल्यू 1 किन्ने ते हुंदी है 45 डिग्री ते π/4 ते प्लस c। तो c आ जाएगा अपने कोले माइनस का π/4। इस ਨੂੰ ਇਹਦੇ ਵਿੱਚ ਪੁੱਟ ਕਰ ਦੋ, ਜਿਹੜਾ ਆਨਸਰ ਆਇਆ ਸੀ ਨੰਬਰ 2 ਦੇ ਵਿੱਚ। की आंसर सी y into 1 plus x square is equal to tan inverse x minus का π/4। ये ਤੁਹਾਡਾ सॉल्यूशन हो गया। नेक्स्ट क्वेश्चन देखते हैं। आ क्वेश्चन है, आ कंडीशन दित्तियां होईयां ने, इहनू सॉल्व करना है। देखो पहला तो dy/dx वाली फॉर्म है। आ देखो आ तुहाडे कोल y नू अलग लिख दो, x वाली फॉर्म च आ भी x वाली फॉर्म च है। तो dy/dx माइनस 3 cot x आप इधर लिख लिया, y नू बाहर लिख लिया, इधर आ गया sin 2x। तो इक्वेशन नू कंपेयर करिए अगर dy/dx प्लस py इज इक्वल टू q दे नाल, तो p दी वैल्यू कितनी आ रही है इहदे विच माइनस का 3 cot x ते q दी वैल्यू कितनी आ रही है sin 2x। तो इंटीग्रेटिंग फैक्टर तुहाडा की होएगा e दी पावर p dx नाल इंटीग्रेशन। हुण e इंटीग्रेशन करनी है तुसीं माइनस का 3 cot x दे नाल विद रिस्पेक्ट टू x। ये आ गया e दी पावर माइनस 3 कांस्टेंट है cot x है। cot x दी इंटीग्रेशन की हुंदी है log ऑफ sin x। अगे देखो ये आ गया e दी पावर 3 नू माइनस 3 नू ऊपर ले जाओ, पावर च ले जाओ, ये बन गया log sin x दी पावर माइनस 3 बन गया।
ई ते लॉग कैंसिल हो जाएंगे, ये रह गया साइन माइनस पावर -3 साइन एक्स पावर -3। इनू की लिख सकते हो अगर पावर नु प्लस च लेके आना है तो 1 साइन एक्स की पावर 3, या ऐ भी कह लो 1 साइन क्यूब एक्स। ये आ गई इंटीग्रेटिंग फैक्टर। इसनू इस इक्वेशन नाल मल्टीप्लाई कर दो, मल्टीप्लाई 1 साइन क्यूब एक्स। इंटीग्रेटिंग फैक्टर है, ये मल्टीप्लाई करता, मल्टीप्लाई करो 1 साइन क्यूब एक्स ਨੂੰ ਮਲਟੀਪਲਾਈ ਕੀਤਾ dy upon dx ਨਾਲ, ਮਾਈਨਸ ਇੱਥੇ ਆਪਣੇ ਕੋਲੇ 3 cot x ਸੀਗਾ ਹੀ, y ਵੀ ਸੀ, ਮਲਟੀਪਲਾਈ ਕੀਤਾ 1 upon sin cube x ਨਾਲ, ਨੀਚੇ sin cube x ਆ ਗਿਆ, is equal to ਇੱਧਰ ਆ ਗਿਆ sin 2x upon sin cube x। ਇਹਦੇ ਵਿੱਚ 1 upon sin cube x ਹੈ, ਇਹਨੂੰ ਡੈਰੀਵੇਟਿਵ ਫੁੱਲ ਫਾਰਮ ਵਿੱਚ ਲਿਖਣਾ। ਦੇਖੋ ਇੱਥੇ ਕਰੋਗੇ ਤੁਸੀਂ ਥੋੜਾ ਜਿਹਾ ਸੋਲਵ ਕਰੋਗੇ, ਇਹਨੂੰ cos upon sin ਕਰੋ, cos upon sin ਕਰੋਗੇ, ਇੱਥੇ sin ਦੀ ਪਾਵਰ 4 ਬਣ ਜਾਏਗਾ। ਇਹ ਬਣ ਗਿਆ dy upon dx -3, ਇੱਥੇ cos x ਲਿਖ ਸਕਦੇ ਹੋ, cos upon sin ਆਊਗਾ, sin x ਹੈ, ਇੱਕ sin x ਇੱਥੇ ਹੈ, ਇੱਥੇ ਪਾਵਰ 3 ਹੈ, ਪਾਵਰ 4 ਬਣ ਗਿਆ। ਇੱਥੇ y, ਇੱਥੇ ਹੈ sin, ਇਹਨੂੰ ਲਿਖ ਸਕਦੇ ਹੋ 2 sin x cos x, sin 2 थीटा ਦਾ ਫਾਰਮੂਲਾ, नीचे है साइन क्यूब एक्स। देखो हम इनू अगे आप कंप्लीट डेरिवेटिव की फॉर्म च लिखांगे, डी अपॉन डी एक्स, इत्थे होंदा वाई इंटू इंटीग्रेटिंग फैक्टर है 1 अपॉन साइन क्यूब एक्स। इधर आ गया तुहाडे कोल 2, एक साइन कैंसिल हो गया, cos एक्स अपॉन इत्थे रह गए साइन स्क्वायर एक्स। अगे इंटीग्रेट कर दो इनू, इंटीग्रेट बोथ साइड्स, तो इधरों रह गया वाई इंटू 1 अपॉन साइन क्यूब एक्स। इधरली साइड ते आ गया इंटीग्रेशन ऑफ 2 cos x अपॉन sin स्क्वायर x dx। तो इत्थे लिख सकते हैं ਅਸੀਂ ਵੀ 1 अपॉन sin क्यूब x ਨੂੰ, sin ਦਾ ਉਲਟਾ कोसिकेंट ਹੁੰਦਾ है, कोसिकेंट क्यूब x। इधरली साइड ते 2 बाहर आ गया, ਇੱਥੇ ਰਹਿ ਗਿਆ ਤੁਹਾਡੇ ਕੋਲੇ cos ਬਟੇ ਅਗਰ sin ਕਰਦੇ ਆ cot x ਬਣ ਜਾਂਦਾ है, ਇੱਕ sin ਰਹਿ ਗਿਆ ਸੀ, 1 sin ਹੁੰਦਾ है कोसिकेंट x dx। देखो अगे देखो y कोसिकेंट क्यूब एक्स तो इत्थे है ही है 2, एक किदा इंटीग्रेशन हुंदा है कोसिकेंट एक्स कॉट एक्स दा इंटीग्रेशन की हुंदी है माइनस दा कोसिकेंट एक्स प्लस सी कांस्टेंट आ गया, तो y इंटू कोसिकेंट क्यूब एक्स इज इक्वल टू -2 कोसिकेंट एक्स प्लस सी। ये तुहाडे कोल इंटीग्रेशन आ गई। अगे आ यूज करो, y तुहानू 2 दिता होया है, x जिहड़ा है π/2 दिता होया है, इहदे च फिल करांगे y नू 2, कोसिकेंट क्यूब x नू भरता π/2 -2 कोसिकेंट x नू भरता π/2 प्लस c। कोसिकेंट साइन दा उल्टा हुंदा है, साइन π/2 दी वैल्यू हुंदी है 1, तो उहदा रेसिप्रोकल भी 1 ही रहेगा। कोसिकेंट π/2 दी वैल्यू 1, उहदा पावर 3 है, -2 इत्थे पावर 1 होगी, प्लस इत्थे वैल्यू 1 होगी, प्लस c, इत्थे 2 आ गया, इत्थे -2 आ गया, c दी वैल्यू आ जाएगी 2 + 2 4। पुट कर दो इहदे विच y कोसिकेंट क्यूब x इज इक्वल टू माइनस कोसिकेंट x प्लस 4। कोसिकेंट क्यूब नू नीचे लेके जाओगे तो -2, एक कोसिकेंट है क्यूब एक्स ने इत्थे कटाता है, इत्थे कैंसिल हो गया, कोसिकेंट क्यूब एक्स इत्थों कैंसिल होके नीचे रह गया कोसिकेंट स्क्वायर एक्स, इत्थे है 4 अपॉन कोसिकेंट क्यूब एक्स, इन्ना आ गया। अगे देखो तुसी इहनू चेंज कर लो साइन दी फॉर्म च, इहनू लिख सकते हैं साइन स्क्वायर एक्स प्लस इत्थे आ गया 4 साइन क्यूब एक्स, y इज इक्वल टू 4 साइन क्यूब एक्स अगे लिख लिया, -2 साइन स्क्वायर एक्स पीछे लिख लिया। ये इसका आंसर है। देखो तुहाडा 16th क्वेश्चन है, फाइंड द इक्वेशन ऑफ द कर्व दी इक्वेशन कढो पासिंग थ्रू द ओरिजिन चो पास करती होवे, गिवन दैट द स्लोप ऑफ द टेंजेंट टू द कर्व एट एनी पॉइंट xy इज इक्वल टू सम ऑफ कोऑर्डिनेट्स ऑफ द पॉइंट। तुहाडे कोल टेंजेंट दी स्लोप ऑफ टेंजेंट xy तुहाडे कोल कर्व है,
एक्स वाई पॉइंट ने कर्व के उपर, तो स्लोप जिहड़ी है स्लोप ऑफ टेंजेंट की हुंदी है, उन्होंने करना डिनोट करते हैं dy अपॉन dx नाल। तुहाडे कोल स्लोप दिती हुई है dy अपॉन dx, पॉइंट x ते y है तो स्लोप होगी dy अपॉन dx। और इक्वल दिती हुई है सम ऑफ कोऑर्डिनेट्स ऑफ द पॉइंट, कोऑर्डिनेट्स ऑफ द पॉइंट, पॉइंट के कोऑर्डिनेट्स जिहड़े ने एक x है दूसरा y है, इन्हां दे सम दे इक्वल दिती है। अकॉर्डिंग टू प्रॉब्लम तुहाडे कोले जिहड़ी स्लोप है dy अपॉन dx है इक्वल टू दिती हुई है x प्लस वाई। इसनूं तुसीं सॉल्व करना हैगा। पास जिहड़ा है अगर पॉइंट ओरिजिन चों पास करे तां तुहाडे कोले कर्व दी इक्वेशन जिहड़ी है ओह की होएगी। क्वेश्चन ये है तुहाडा, तुहाडे कोले लीनियर डिफरेंशियल इक्वेशन हैगी है, देखो dy अपॉन dx, y वाली टर्म नूं इधर ले आओ, माइनस y इज इक्वल टू x। तो लीनियर डिफरेंशियल इक्वेशन नूं तुसीं ਇਹਦੇ ਨਾਲ ਕੰਪੇਅਰ ਕਰ ਲਓ py इज इक्वल टू x, क्यों सॉरी, ਤਾਂ p ਜਿਹੜੀ ਹੈ ਕੰਪੇਅਰ ਕਰਕੇ ਕਿੰਨੀ ਆ ਗਈ, y ਦੀ ਥਾਂ ਤੇ ਤਾਂ y ਹੈ, p ਆ ਗਿਆ -1 ਤੇ q ਆ ਗਿਆ ਤੁਹਾਡੇ ਕੋਲੇ x। ਇਹ ਤੁਹਾਡੇ ਕੋਲੇ ਲੀਨੀਅਰ ਡਿਫਰੈਂਸ਼ੀਏਸ਼ਨ ਇਕੁਏਸ਼ਨ ਹੈ ਜਿਹਦੇ p ਜਿਹੜਾ -1 ਹੈ, q ਵੀ ਜਿਹੜਾ ਹੈ x ਹੈ। ਤਾਂ ਆਪਣੇ ਕੋਲੇ ਹੁਣ ਇਹ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਦਾ ਇੰਟੀਗ੍ਰੇਟਿੰਗ ਫੈਕਟਰ ਕੱਢਦੇ ਆ। ਇੰਟੀਗ੍ਰੇਟਿੰਗ ਫੈਕਟਰ ਜਿਹੜਾ ਹੈ e ਦੀ ਪਾਵਰ p इंटीग्रेशन विद रिस्पेक्ट टू x, e की पावर p -1 है, इंटीग्रेट करना विद रिस्पेक्ट टू x, माइनस बाहर आ जाएगा तो 1 की इंटीग्रेशन विद रिस्पेक्ट टू x जी है वह होंगी है e की पावर, इत्थे आ गया x माइनस x आ गया, 1 की इंटीग्रेशन विद रिस्पेक्ट टू x है। ये तुहाडे कोल इंटीग्रेटिंग फैक्टर आया है, इनू मल्टीप्लाई कर दो 1 नू e की पावर x माइनस x नाल, इंटीग्रेटिंग फैक्टर नाल थ्रू आउट मल्टीप्लाई करांगे, e की पावर माइनस x dy अपॉन dx माइनस e की पावर माइनस x इंटू वाई इज इक्वल टू e की पावर माइनस x इंटू x। सारी नू e की पावर माइनस x नाल मल्टीप्लाई किया है, ये कंप्लीट डिफरेंशिएशन बन गई किस चीज़ की, की लिखदा हुंदा है y इंटू इंटीग्रेटिंग फैक्टर, y इंटू इंटीग्रेटिंग फैक्टर की है e की पावर माइनस x। हुण तुसीं देखो जे इहनूं सॉल्व करदे हो y उस तरह e की पावर माइनस x का डेरिवेटिव e की पावर माइनस x, इनसाइड वे डेरिवेटिव -1 से इस करके माइनस आ गया। अगली बारी तुहाडे कोल e की पावर माइनस x उस तरह y का डेरिवेटिव है dy अपॉन dx, इहनूं कंप्लीट डेरिवेटिव लिख लिया। इधर है e की पावर माइनस x इंटू x, इंटीग्रेट करो दोनों साइड्स के उत्ते तां इत्थों जिहड़ा है डिफरेंशिएशन का साइन खत्म, इधर इंटीग्रेशन होगी e की पावर माइनस x इंटू x dx। इंटीग्रेट करना है, इंटीग्रेट करने दे लिए फिर रूल याद करो ILATE, आइलेट का रूल। तुहाडे कोले एक्सपोनेंशियल फंक्शन है तो एल्जेब्रिक फंक्शन है, पहला एल्जेब्रिक फंक्शन आएगा, एक्सपोनेंशियल फंक्शन बाद च आएगा। एल्जेब्रिक फंक्शन नू फर्स्ट मनो तो सैकेंड मनो तुसी एक्सपोनेंशियल फंक्शन नू। इंटीग्रेट करो फर्स्ट उस तरह, सैकेंड दी इंटीग्रेशन e की पावर माइनस x की इंटीग्रेशन e की पावर माइनस x, इनसाइड दा -1 हुंदा है -1 नाल डिवाइड। इस तो बाद माइनस इंटीग्रेशन दा साइन, फर्स्ट दा डेरिवेटिव x दा डेरिवेटिव 1 हो गया, e की पावर माइनस x दा इंटीग्रेशन है e की पावर माइनस x अपॉन -1, इत्थे आ गया dx। ਤਾਂ ਇਹ ਆ ਗਿਆ y इंटू e की पावर माइनस x इज इक्वल टू, इत्थे आ गया माइनस का x आ गया e की पावर माइनस x, माइनस इधर आ गया, माइनस माइनस प्लस हो गया, e की पावर माइनस x रह गया dx। इनू इंटीग्रेट कर दो y इंटू e की पावर माइनस x e की पावर माइनस x प्लस इत्थे e की पावर माइनस x की इंटीग्रेशन e की पावर माइनस x अपॉन -1 प्लस एनी कॉन्स्टेंट c। हाँ ये आ गया y इंटू e की पावर माइनस x इज इक्वल टू माइनस x e की पावर माइनस x, इत्थे प्लस माइनस माइनस हो गया e की पावर माइनस x प्लस c। हुण तुसीं देखो ध्यान दो, तुहानूं पॉइंट दिता होया सी कर्व दी इक्वेशन कढनी है जिहड़ी ओरिजिन चों पास करती है, ओरिजिन चों क्योंकि कर्व पास करती है x भी 0 होएगा ते y भी 0 होएगा। इक्वेशन दे विच x ते y नूं 0 कर दो तो तुहाडे कोल इक्वेशन की रह जाएगी, y नूं 0 किता e की पावर माइनस
0। ਇੱਧਰ x ਨੂੰ 0 ਕਰੋਗੇ ਤੁਸੀਂ e ਦੀ ਪਾਵਰ -0, e ਦੀ ਪਾਵਰ -0 प्लस c। ਹੁਣ ਤੁਹਾਡੇ ਕੋਲ ਆ 0 ਹੈ, 0 ਨਾਲ ਮਲਟੀਪਲਾਈ 0 ਹੀ ਹੋਏਗਾ, ਆ ਵੀ 0 ਨਾਲ ਮਲਟੀਪਲਾਈ ਹੋ ਰਿਹਾ 0 ਹੀ ਹੋਏਗਾ। ਇੱਥੇ ਤੁਹਾਡੇ ਕੋਲ ਮਾਈਨਸ ਹੈ, e ਦੀ ਪਾਵਰ 0 ਹੀ ਬਣ ਗਿਆ ਹੈ, ਮਾਈਨਸ ਨੈਗੇਟਿਵ ਸਾਈਨ ਹੈ, e ਦੀ ਪਾਵਰ -0 0 ਹੀ ਰਹਿ ਗਿਆ, प्लस c। e ਦੀ ਪਾਵਰ 0, ਕਿਸੇ ਚੀਜ਼ ਦੀ ਪਾਵਰ 0 ਹੋਏ ਵੈਲਿਊ ਕਿੰਨੀ ਹੁੰਦੀ ਹੈ ਤੁਹਾਡੇ ਕੋਲ 1 ਹੁੰਦੀ ਹੈ। ਇੱਧਰ 0 ਹੈ, ਇੱਧਰ 1 ਆ ਗਿਆ ਮਾਈਨਸ ਦਾ, प्लस c। 1 ਨੂੰ ਇਸ ਸਾਈਡ ਤੇ ਲੈ ਕੇ ਆਓਗੇ, c = 1 ਆ ਗਈ। ਤਾਂ ਇੱਥੇ ਪੁੱਟ ਕਰ ਦੋ ਵਾਪਿਸ y into e ਦੀ ਪਾਵਰ -x is equal to -x e ਦੀ ਪਾਵਰ -x minus e ਦੀ ਪਾਵਰ -x, c ਦੀ ਵੈਲਿਊ 1 ਕਰਤੀ। ਇਹਨਾਂ ਨੂੰ ਤੁਸੀਂ ਇੱਧਰ ਲਿਆ ਸਕਦੇ ਹੋ y into e ਦੀ ਪਾਵਰ -x plus x e ਦੀ ਪਾਵਰ -x plus e ਦੀ ਪਾਵਰ -x is equal to 1। ਇਹ ਤੁਹਾਡੇ ਕੋਲ ਇਸ ਦਾ ਸੋਲੂਸ਼ਨ ਹੈ। e ਦੀ ਪਾਵਰ -x ਨੂੰ ਕਾਮਨ ਕੱਢੋਗੇ, y plus ਇੱਧਰ ਰਹਿ ਗਿਆ x प्लस इत्थे रह गया 1 is equal to 1। ये ਤੁਹਾਡੇ ਕੋਲ ਆਨਸਰ ਹੈ। ਚਾਹੇ ਇਹਨੂੰ e ਦੀ ਪਾਵਰ x ਨੂੰ ਤੁਸੀਂ ਨੀਚੇ ਲਿਆ ਸਕਦੇ ਹੋ। ਇਹ ਆ ਗਿਆ x plus y plus 1। ਜੇ ਨੀਚੇ ਲੈ ਕੇ ਆਓਗੇ ਇੱਥੇ ਆ ਜਾਏਗਾ e ਦੀ ਪਾਵਰ x is equal to 1, e ਦੀ ਪਾਵਰ x ਉੱਧਰ ਜਾਏਗਾ, x plus y plus 1 is equal to e ਦੀ ਪਾਵਰ x। ਇਹ ਇਸ ਕਰਵ ਦੀ ਇਕੁਏਸ਼ਨ ਹੋਗੀ। ਨੈਕਸਟ ਕੁਐਸਚਨ ਦੇਖਦੇ ਹਾਂ। देखो ਤੁਹਾਡਾ 17th क्वेश्चन है, फाइंड द इक्वेशन ऑफ द कर्व पासिंग थ्रू द पॉइंट दिस। पहला ओरिजिन चो पास करता सीगा पॉइंट, एटकी पॉइंट गिवन है 0 तो 2 चो पास करती हुई कर्व दी इक्वेशन करनी है। गिवन दैट द सम ऑफ द कोऑर्डिनेट्स ऑफ एनी पॉइंट ऑन द कर्व, कर्व दे उत्ते कोई पॉइंट है, एनी पॉइंट ऑन द कर्व, लेट एनी पॉइंट ऑन द कर्व की है x ते y ले लो। कर्व के उत्ते जिहड़ा पॉइंट है उन्हां दे कोऑर्डिनेट्स दा सम, x ते y दा सम exceeds the magnitude of the slope of tangent। slope of tangent ਅਸੀਂ ਕਰਕੇ ਹਟੇ ਆ ਕੀ ਹੁੰਦੀ ਹੈ dy/dx ਹੁੰਦੀ ਹੈ। ਤਾਂ ਸਮ ਜਿਹੜਾ ਹੈ ਐਕਸੀਡ ਹੋ ਜਾਏਗਾ ਸਲੋਪ ਦੇ ਨਾਲੋਂ ਟੂ ਦਾ curve at that point by 5। ਵੀ ਉਸ ਪੁਆਇੰਟ ਦੇ ਉੱਤੇ ਇਹਨਾਂ ਦਾ ਸਮ ਜਿਹੜਾ ਹੈ ਸਲੋਪ ਨਾਲੋਂ 5 ਵੱਧ ਜਾਏਗਾ, 5 ਐਕਸੀਡ ਹੋਏਗਾ। ਇਹ ਵਾਲੀ ਚੀਜ਼ 5 ਵਧੇਗੀ, ਮੀਨਸ ਇੱਧਰ 5 ਐਡ ਕਰੋਗੇ ਤਾਂ ਦੋਨੋਂ ਕੀ ਹੋ ਜਾਣਗੇ ਇਕੁਅਲ ਹੋ ਜਾਣਗੇ। ਤੁਹਾਡੇ ਕੋਲ ਆ ਸਟੇਟਮੈਂਟ ਆ ਗਈ dy/dx ਤੁਹਾਡੇ ਕੋਲ ਇਸ ਸਾਈਡ ਤੇ ਹੈ, y ਵਾਲਾ ਉਧਰ ਲੈ ਜਾਓ ਤੁਸੀਂ, y ਇੱਧਰ ਜਾ ਕੇ ਮਾਈਨਸ ਦਾ y ਹੋ ਗਿਆ, ਤੇ ਦੂਸਰੀ ਸਾਈਡ ਦੇ ਉੱਤੇ ਤੁਹਾਡੇ ਕੋਲ ਇੱਧਰ x ਸੀਗਾ ਆਲਰੇਡੀ, 5 ਇੱਧਰ ਆ ਕੇ ਮਾਈਨਸ ਦਾ ਹੋ ਗਿਆ। ਤੁਹਾਡੇ ਕੋਲ ਆ ਇਕੁਏਸ਼ਨ ਬਣ ਗਈ। ਇਹ ਜਿਹੜੀ ਇਕੁਏਸ਼ਨ ਹੈ ਕਿਸ ਫਾਰਮ ਚ ਹੋਗੀ dy/dx plus py is equal to ਆ ਸਾਰਾ ਕੀ ਬਣ ਗਿਆ ਤੁਹਾਡੇ ਕੋਲੇ q ਬਣ ਗਿਆ। ਤਾਂ ਅੱਗੇ ਤੁਸੀਂ ਸੋਲਵ ਜਿਹੜੀ ਹੈ ਤੁਸੀਂ ਖੁਦ ਕਰਨੀ ਹੈ। c ਪੁਆਇੰਟ ਕੱਢਣ ਲਈ 0 ਤੇ 2 ਪੁਆਇੰਟ ਨੂੰ ਯੂਜ਼ ਕਰਨਾ ਹੈ। ਇਹ ਕੁਐਸਚਨ ਤੁਸੀਂ ਖੁਦ ਟਰਾਈ ਕਰਨਾ ਹੈ, ਪੂਰਾ ਜਿਹੜਾ ਹੈ ਤੁਸੀਂ ਆਪਣੇ ਆਪ ਕਰਨਾ ਹੈ। ਨੈਕਸਟ ਕੁਐਸਚਨ ਦੇਖਦੇ ਹਾਂ। नेक्स्ट क्वेश्चन 18th है, if the integrating factor of differential equation this is, इन्ना जो ऑप्शन लभनी है भी ਇਹਦਾ इंटीग्रेटिंग फैक्टर कितना होएगा। इंटीग्रेटिंग फैक्टर ਕਰਨ ਦੇ ਲਈ देखो इक्वेशन है x dy/dx minus y is equal to 2x का x ਨਾਲ डिवाइड करो, पहले x खत्म करना है इथों, dy/dx minus y/x आ गया, इधर आ गया 2/x² ਤਾਂ ਸੀਗਾ ही, x ਨਾਲ डिवाइड होएगा, एक x कैंसिल हो जाएगा, तो dy/dx आ गया ਤੁਹਾਡੇ ਕੋਲੇ -y/x is equal to 2x। ਤਾਂ ਇੱਥੇ p ਕਿੰਨੀ ਆ ਰਹੀ ਹੈ ਮਾਈਨਸ ਦਾ 1/x ਆ ਰਹੀ ਹੈ, ਕਿਉਂ ਜਿਹੜੀ ਹੈ ਉਹ 2x ਆ ਰਹੀ ਹੈ। ਇਹ ਦੋਨੋਂ ਹੀ ਆਪਣੇ ਕੋਲੇ x ਦੇ ਫੰਕਸ਼ਨ ਹੈ। ਅਗਰ x ਦੇ ਫੰਕਸ਼ਨ ਹੋਣ ਤਾਂ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਚ ਰਿਡਿਊਸ ਹੋ ਚੁੱਕੀ ਹੈ ਇਹ। ਅੱਗੇ ਅਸੀਂ ਕੱਢਾਂਗੇ ਇੰਟੀਗ੍ਰੇਟਿੰਗ ਫੈਕਟਰ। ਇੰਟੀਗ੍ਰੇਟਿੰਗ ਫੈਕਟਰ ਹੈ e ਦੀ ਪਾਵਰ p d x ਨਾਲ ਤੁਸੀਂ ਇੰਟੀਗ੍ਰੇਟ ਕਰਨਾ ਹੈ ਇਹਨੂੰ, p ਨੂੰ। p ਹੈਗਾ -1/x dx, ਤਾਂ e ਦੀ ਪਾਵਰ -log x ਆ ਗਿਆ। x ਨੂੰ ਖਤਮ ਕਰਨਾ ਹੈ ਤੁਸੀਂ, ਮਾਈਨਸ ਨੂੰ ਖਤਮ ਕਰਨਾ, ਮਾਈਨਸ ਨੂੰ ਉੱਪਰ ਲੈ ਜਾਓ, ਇਹ ਆ ਜਾਏਗਾ e ਦੀ ਪਾਵਰ
log x ਦੀ ਪਾਵਰ -1, ਇਹ log खत्म हो गया x ਦੀ ਪਾਵਰ -1, तो ये आ जाएगा 1 पावर ਨੂੰ पॉजिटिव बनाना है 1/x आ गया। तो ਇਹਦਾ C ऑप्शन ਜਿਹੜਾ है C ऑप्शन ਜਿਹੜਾ है करेक्ट आंसर है। नेक्स्ट क्वेश्चन देखते हैं, लास्ट है ਤੁਹਾਡਾ। देखो लास्ट क्वेश्चन ਵਿੱਚ ਵੀ इंटीग्रेटिंग फैक्टर करना है। ਆ ਤੁਹਾਡੇ ਕੋਲ ਇਕੁਏਸ਼ਨ ਦਿੱਤੀ ਹੋਈ ਹੈ डिफरेंशियल ਦੀ, ਇਹਨਾਂ ਚੋਂ ਦੇਖਣਾ ਚੂਜ਼ ਕਰਨਾ ਹੈ ਕਿਹੜਾ ਆਪਸ਼ਨ ਸਹੀ ਹੈ। ਤੁਹਾਡੇ ਕੋਲ ਇਕੁਏਸ਼ਨ ਹੈ 1 - y² dx dy plus yx = ay। ਇਹ dx dy ਦੀ ਫਾਰਮ ਚ ਦਿੱਤੀ ਹੋਈ ਹੈ। ਆ 1 - y² ਇਥੋਂ ਖਤਮ ਕਰੋ। ਅਗਰ 1 y² ਨਾਲ ਡਿਵਾਈਡ ਕਰ ਦਿਆ ਇਥੋਂ ਖਤਮ ਹੋ ਗਿਆ। ਇਹਦੇ ਵਿੱਚ 1 - y² ਨਾਲ ਡਿਵਾਈਡ ਹੋ ਗਿਆ। ਇੱਥੇ x ਹੈ, ਇੱਧਰ ਆ ਜਾਏਗਾ ay/1 - y ਦਾ ਸਕੁਅਰ। ਤਾਂ ਤੁਸੀਂ ਇਸ ਨੂੰ dx dy plus px = ਕਿਉਂ ਨਾਲ ਕੰਪੇਅਰ ਕਰੋਗੇ। p ਜਿਹੜੀ ਹੈ ਤੁਹਾਡੇ ਕੋਲ y/1 - y² ਹੈ, ਕਿਉਂ ਤੁਹਾਡੇ ਕੋਲ ay/, ਆਵਲੀ ਹੈ 1 - y ਦਾ ਸਕੁਅਰ। ਤੁਹਾਡੇ ਕੋਲ ਦੋਨੋਂ ਹੀ ay ਦੇ ਫੰਕਸ਼ਨ ਹੋ ਗਏ। अगर y ਦੇ ਫੰਕਸ਼ਨ ਹੈ ਇਟ ਮੀਨਸ डिफरेंशियल इक्वेशन ਲੀਨੀਅਰ डिफरेंशियल इक्वेशन ਹੈ। ਹੁਣ ਤੁਸੀਂ ਇਹਦੇ ਵਿੱਚ ਇੰਟੀਗ੍ਰੇਟਿੰਗ ਫੈਕਟਰ ਕਰਨਾ ਹੈ। ਇਹਦੇ ਵਿੱਚ e ਦੀ ਪਾਵਰ p ਇੰਟੀਗ੍ਰੇਟ ਕਿਹਦੇ ਰਿਸਪੈਕਟ ਕਰੋਗੇ, ਕਿਉਂਕਿ y ਦਾ ਫੰਕਸ਼ਨ ਹੈ dy ਨਾਲ ਡਿਫਰੈਂਸ਼ੀਏਟ ਕਰੋ, ਇੰਟੀਗ੍ਰੇਟ ਕਰੋਗੇ। e ਇੰਟੀਗ੍ਰੇਸ਼ਨ p ਦੀ ਵੈਲਿਊ y/1 - y² dy। ਹੁਣ ਇਹਨੂੰ ਇੰਟੀਗ੍ਰੇਟ ਕਰਨਾ ਹੈ। ਦੇਖੋ e ਦੀ ਪਾਵਰ ਇੱਥੇ ਤੁਹਾਡੇ ਕੋਲੇ 1/1 - y² ਹੈ। ਅਗਰ 1 - y² ਨੂੰ t ਪੁੱਟ ਕਰਦੇ ਹੋ, ਇੱਥੇ 0 ਹੋ ਗਿਆ, -2y dy = ਆ ਜਾਏਗਾ dt। ਤਾਂ ਤੁਹਾਡੇ ਕੋਲੇ y dy ਆ ਜਾਏਗਾ -2 नीचे चला गया dt/-2। ਇੱਥੇ ਵੈਲਿਊ ਕਰਾਂਗੇ e ਦੀ ਪਾਵਰ ਇੰਟੀਗ੍ਰੇਸ਼ਨ ਆਫ 1 - y² नीचे ਹੈ, ਇੱਥੇ ਤਾਂ t ਪੁੱਟ ਕਰ ਦੋ। ਜਿੱਥੇ y dy ਸੀ ਉੱਥੇ ਆਏਗਾ dt/-2। ਤਾਂ ਇਹਨੂੰ ਅੱਗੇ ਲੈ ਕੇ ਆਓ ਬਾਹਰ। e ਦੀ ਪਾਵਰ 1/2 ਜਿਹੜਾ ਹੈ ਮਾਈਨਸ ਦਾ ਬਾਹਰ ਆ ਗਿਆ, ਅੰਦਰ ਰਹਿ ਗਿਆ 1/t dt। 1/t ਦੀ ਇੰਟੀਗ੍ਰੇਸ਼ਨ ਕੀ ਹੁੰਦੀ ਹੈ, log t ਸੌਰੀ ਉੱਪਰ ਹੈ log t। t ਦੀ ਵੈਲਿਊ ਭਰ ਦੋਗੇ। t ਦੀ ਵੈਲਿਊ ਕੀ ਹੈ ਤੁਹਾਡੇ ਕੋਲ 1 - y²। ਅੱਗੇ ਦੇਖੋ ਆ ਪਾਵਰ ਹੈ, ਇਹ ਪਾਵਰ ਉੱਪਰ ਚਲੀ ਜਾਏਗੀ। log ਖਤਮ ਕਰਨਾ ਸੀ ਇੱਥੋਂ, e ਤੇ log ਨੂੰ ਕੈਂਸਲ ਖਤਮ ਹੋ ਜਾਂਦੇ ਆ। ਪਾਵਰ ਨੂੰ ਉੱਪਰ ਲੈ ਜਾਓ। ਪਾਵਰ ਜਿਹੜੀ ਹੈ ਮਾਈਨਸ ਦਾ 1/2 ਹੋ ਗਈ। e ਤੇ log ਕੈਂਸਲ ਹੋ ਗਏ ਆਪਸ ਵਿੱਚ, ਰਹਿ ਗਿਆ ਇਹਦੀ ਪਾਵਰ -1/2। ਮਾਈਨਸ ਦੇ ਹਾਫ ਨੂੰ ਨੀਚੇ ਲੈ ਕੇ ਆਓਗੇ। ਅਗਰ ਤੁਸੀਂ ਇਹਨੂੰ ਲਿਖ ਲੋਗੇ 1/1 - y² ਦੀ ਪਾਵਰ ਪਲੱਸ ਦਾ ਹਾਫ, ਪਲੱਸ ਦਾ ਬਣ ਗਿਆ। ਇਹਨੂੰ ਅਸੀਂ ਲਿਖ ਸਕਦੇ ਹਾਂ √1 - y²। ਆ ਜਿਹੜਾ ਹੈ ਕਿਹੜਾ ਆਪਸ਼ਨ ਸਹੀ ਹੈ ਤੁਹਾਡਾ, ਡੀ ਆਪਸ਼ਨ। ਇਹਦਾ ਸਹੀ ਆਪਸ਼ਨ ਰਾਈਟ ਆਪਸ਼ਨ ਡੀ ਹੈ। ਇਸ ਦੇ ਨਾਲ ਹੀ ਐਕਸਰਸਾਈਜ਼ ਖਤਮ ਹੁੰਦੀ ਹੈ। ਥੈਂਕ ਯੂ।